Hello, students. I hope you must have revised the last three chapters, that is, the electric field, electric potential, Gauss's theorem, all of the three. And today we are going to start the next chapter, that is the capacitor. This is the last chapter of the first unit, and that is the capacitors. Now, what are these capacitors? ਇਹ capacitors ਕੀ ਹੁੰਦੇ ਨੇ? Capacitor ਇੱਕ ਉਹ ਜ਼ਰੀਆ ਇਲੈਕਟ੍ਰਿਕ ਫੀਲਡ ਨੂੰ ਸਟੋਰ ਕਰਨ ਦਾ, that is known as the capacitor. ਜਿਵੇਂ ਕਿ ਅਸੀਂ ਗੌਸਿਸ ਥਿਊਰਮ ਦੇ ਲਾਸਟ ਟੌਪਿਕ ਵਿੱਚ ਪੜ੍ਹਿਆ ਸੀ ਕਿ ਅਗਰ ਦੋ ਪਲੇਟਸ, ਇੱਕ ਨੂੰ ਅਸੀਂ ਪੋਜ਼ਿਟਿਵ ਚਾਰਜ ਦੇ ਦਈਏ ਅਤੇ ਦੂਸਰੀ ਪਲੇਟ ਨੂੰ ਅਗਰ ਅਸੀਂ ਨੈਗੇਟਿਵ ਚਾਰਜ ਦੇ ਦਈਏ ਅਤੇ ਦੋਨਾਂ ਦੇ ਉੱਪਰ ਚਾਰਜ ਡੈਂਸਿਟੀ ਅਲੱਗ ਅਲੱਗ ਹੋਏਗੀ ਅਤੇ ਉਹਨਾਂ ਦੋਨਾਂ ਪਲੇਟਸ ਦੇ ਵਿੱਚ ਇਲੈਕਟ੍ਰਿਕ ਫੀਲਡ, ਇਲੈਕਟ੍ਰਿਕ ਚਾਰਜ ਸਟੋਰ ਹੋ ਜਾਂਦਾ ਹੈ ਐਂਡ ਦੈਟ ਇਲੈਕਟ੍ਰਿਕ ਫੀਲਡ ਬਿਟਵੀਨ ਦ ਟੂ ਪਲੇਟਸ ਦੈਟ ਇਜ਼ ਇਕੁਅਲਸ ਟੂ ਸਿਗਮਾ ਓਵਰ ਐਪਸਿਲਨ ਦੇ ਬਰਾਬਰ ਹੁੰਦੀ ਹੈ. ਸੋ these two plates along with the air serve as a capacitor. ਉਹ ਇੱਕ ਕਪੈਸਿਟਰ ਬਣ ਜਾਂਦਾ ਹੈ ਜਿਹਦੇ ਅੰਦਰ ਕਿ ਅਸੀਂ ਇਲੈਕਟ੍ਰਿਕ ਫੀਲਡ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ. ਕੰਡਕਟਰ ਵੀ ਆਪਣੇ ਆਪ 'ਚ ਇੱਕ ਤਰ੍ਹਾਂ ਦਾ ਇੱਕ ਕਪੈਸਿਟਰ ਹੈ. ਇੰਸੂਲੇਟਰ ਇਜ਼ ਨਾਟ ਅ ਕਪੈਸਿਟਰ ਕਿਉਂਕਿ ਇੰਸੂਲੇਟਰ ਇਲੈਕਟ੍ਰੀਸਿਟੀ ਕੰਡਕਟ ਹੀ ਨਹੀਂ ਕਰਦਾ. ਸੋ ਕਪੈਸਿਟਰ ਆਪਣੇ ਆਪ 'ਚ ਕੰਡਕਟਰ ਆਪਣੇ ਆਪ 'ਚ ਇੱਕ ਕਪੈਸਿਟਰ ਹੈ. ਉਹ ਗੱਲ ਵੱਖਰੀ ਹੈ ਕਿ ਕੰਡਕਟਰ ਦੀ ਕਪੈਸਿਟੀ ਜਿਹੜੀ ਹੈ ਐਜ਼ ਕੰਪੇਅਰ ਟੂ ਪੈਰਲਰ ਪਲੇਟਸ ਬਹੁਤ ਘੱਟ ਹੈ, ਬਟ ਇਟ ਇਜ਼ ਅ ਕਪੈਸਿਟਰ. ਨਾਓ ਫਸਟ, what is a conductor? Conductor ਕੀ ਹੁੰਦਾ? Conductor, that is you all know, conductor is a material which conduct electricity. ਉਹ ਐਲੀਮੈਂਟਸ ਜਿੰਨੇ ਵੀ ਨੇ ਜਿਹੜੇ ਇਲੈਕਟ੍ਰੀਸਿਟੀ ਕੰਡਕਟ ਕਰਦੇ ਨੇ ਉਹਨਾਂ ਨੂੰ ਅਸੀਂ ਕੰਡਕਟਰ ਕਹਿੰਦੇ ਹਾਂ. ਇਹਨਾਂ ਨੂੰ ਕੰਡਕਟਰ ਕਿਉਂ ਕਿਹਾ ਜਾਂਦਾ? ਕਿਉਂਕਿ ਇਲੈਕਟ੍ਰੀਸਿਟੀ ਕੰਡਕਟ ਕਰਦੇ ਨੇ. ਐਂਡ ਵਾਈ ਦੇ ਕੰਡਕਟ ਇਲੈਕਟ੍ਰੀਸਿਟੀ? ਕਿਉਂਕਿ ਇਹਨਾਂ ਦੇ ਜਿਹੜਾ ਵੈਲੈਂਸ ਸ਼ੈਲ ਮਤਲਬ ਕਿ ਇਹਦੇ ਲਾਸਟ ਸ਼ੈਲ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਉਹ ਫੁੱਲੀ ਫਿਲਡ ਨਹੀਂ ਹੁੰਦੇ, ਦੇ ਆਰ ਹਾਫ ਫਿਲਡ. ਇੱਕ ਜਾਂ ਦੋ ਇਲੈਕਟ੍ਰੋਨਸ ਹੁੰਦੇ ਨੇ ਔਰ ਜੋ ਇਲੈਕਟ੍ਰੋਨਸ ਲਾਸਟ ਸ਼ੈਲ ਦੇ ਵਿੱਚ ਹੁੰਦੇ ਨੇ ਦੇ ਆਰ ਵੈਰੀ ਲੂਜ਼ਲੀ ਬਾਊਂਡ ਟੂ ਦ ਨਿਊਕਲੀਅਸ ਆਫ ਦ ਐਟਮ. ਉਹ ਐਟਮ ਦੀ ਨਿਊਕਲੀਅਸ ਨਾਲ ਬਹੁਤ ਲੂਜ਼ਲੀ ਬਾਊਂਡ ਹੁੰਦੇ ਨੇ. ਮਾੜੀ ਜਿਹੀ ਐਨਰਜੀ ਮਿਲਣ 'ਤੇ ਉਹ ਇਲੈਕਟ੍ਰੋਨਸ ਆਪਣੀ ਜਗ੍ਹਾ, ਆਪਣੀ ਲੇਟੈਸਟ ਸਾਈਡ ਨੂੰ ਛੱਡ ਕੇ ਫਰੀਲੀ ਕੰਡਕਟਰ ਦੇ ਵਿੱਚ ਮੂਵ ਕਰਨਾ ਸ਼ੁਰੂ ਕਰ ਦਿੰਦੇ ਨੇ. ਔਰ ਅਗਰ ਅਸੀਂ ਕੰਡਕਟਰ ਦੇ ਆਸ-ਪਾਸ ਇੱਕ ਪੋਟੈਂਸ਼ੀਅਲ ਫੀਲਡ, ਪੋਜ਼ੀਟਿਵ ਅਤੇ ਨੈਗੇਟਿਵ ਫੀਲਡ ਲਗਾ ਦਈਏ ਤਾਂ ਦੋਜ਼ ਇਲੈਕਟ੍ਰੋਨ ਸਟਾਰਟ ਡ੍ਰਿਫਟਿੰਗ ਟੂਵਰਡਸ ਦ positive terminals of the battery and we say that it is conducting electricity. So conductor, there are large number of electrons which act as a carrier of the charge. That act as a carrier of the charge free, act as the negative charge carrier. And the residual atom, ਤੇ ਜਿਹਦੇ ਐਟਮ ਦੇ ਵਿੱਚੋਂ ਜਿਹੜੇ ਇਲੈਕਟ੍ਰੋਨਸ ਨਿਕਲਦੇ ਨੇ ਉਸ ਐਟਮ ਦੇ ਵਿੱਚ ਪੋਜ਼ੀਟਿਵ ਚਾਰਜ ਆ ਜਾਂਦਾ, ਉਹਨੂੰ ਐਟਮ ਮੂਵ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਮਾਸ ਜ਼ਿਆਦਾ ਹੈ. ਐਂਡ ਦ ਰੈਜ਼ੀਡਿਊਲ ਐਟਮ ਐਕਟ ਐਜ਼ ਅ ਪੋਜ਼ੀਟਿਵ ਚਾਰਜ carrier. This residual atom act as a bound charge as they cannot move, as they have heavy mass than electron. Next comes the insulator. Now insulator ਉਹ ਨੇ ਜਿਹੜੇ ਕਿ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰਦੇ, ਕਾਰਨ ਇਹਨਾਂ ਦੇ ਵੈਲੈਂਸ ਸ਼ੈਲਸ ਫਿਲਡ ਹੁੰਦੇ ਨੇ. ਸੋ ਦੇ ਆਰ ਫੁੱਲੀ ਫਿਲਡ ਔਰ ਫੁੱਲੀ ਫਿਲਡ ਹੋਣ ਕਰਕੇ they are very tightly bound to the nucleus of the atom. ਐਟਮ ਦੇ ਨਿਊਕਲੀਅਸ ਨਾਲ ਬਹੁਤ ਜ਼ਿਆਦਾ ਟਾਈਟਲੀ ਬਾਊਂਡ ਹੁੰਦੇ ਨੇ ਜਿਹਦੇ ਕਰਕੇ ਇਲੈਕਟ੍ਰੋਨ ਈਜ਼ੀਲੀ ਆਪਣੀ ਲੇਟੈਸਟ ਸਾਈਡ ਨਹੀਂ ਛੱਡਦੇ ਅਤੇ ਉਹ ਕੰਡਕਟ ਨਹੀਂ ਕਰ ਪਾਉਂਦੇ. ਇਲੈਕਟ੍ਰੋਨਸ ਨਹੀਂ ਹੈ, ਚਾਰਜ ਕੈਰੀਅਰ ਨਹੀਂ ਹੋਣਗੇ ਅਤੇ that element won't conduct. So insulators are those material which do not conduct electricity. They possess a negligibly small number of free electrons. The electrons are bound to their parent atom as they cannot move freely, so they cannot conduct electricity. Next comes the dielectrics. Now what are the dielectrics? They do not conduct electricity. They electricity conduct नहीं करते, but when they are placed in the electric field charge
appear on them on their surfaces, so they transmit the electric effect without conducting. ਇਲੈਕਟ੍ਰਿਸਿਟੀ ਇਲੈਕਟ੍ਰਿਕ ਕਰੰਟ ਜਿਹੜਾ ਕੰਟੈਕਟ ਨਹੀਂ ਕਰਦੇ। ਬਸ ਇਹਦੇ ਵਿੱਚ ਇਹੀ ਹੋਈ ਕਿ ਜਦੋਂ ਇਹਨਾਂ ਡਾਇਲੈਕਟ੍ਰਿਕਸ ਨੂੰ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਿਆ ਜਾਂਦਾ ਅਤੇ ਇਹਨਾਂ ਦੇ ਜਿੰਨੇ ਵੀ ਸਰਫੇਸਿਸ ਨੇ ਉਹਦੇ ਉੱਪਰ ਚਾਰਜ ਆ ਜਾਂਦਾ ਹੈ ਔਰ ਇਲੈਕਟ੍ਰਿਕ ਫੀਲਡ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਲੈ ਕੇ ਜਾਣ ਲਈ ਮਦਦ ਕਰਦੇ ਨੇ, ਲੇਕਿਨ ਇਲੈਕਟ੍ਰਿਕ ਫੀਲਡ ਕੰਡਕਟ ਨਹੀਂ ਕਰਦੇ। ਸੋ ਦੇ ਟਰਾਂਸਮਿਟ ਦ ਇਲੈਕਟ੍ਰਿਕ ਇਫੈਕਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਟਰਾਂਸਮਿਟ ਕਰਦੇ ਨੇ ਬਟ ਕੰਡਕਟ ਨਹੀਂ ਕਰਦੇ। ਨਾਓ ਵਾਟ ਇਜ਼ ਦ ਬਿਹੇਵੀਅਰ ਆਫ ਦ ਕੰਡਕਟਰ ਇਨ ਦ ਇਲੈਕਟ੍ਰਿਕ ਫੀਲਡ। ਅਗਰ ਅਸੀਂ ਕਿਸੇ ਕੰਡਕਟਰ ਨੂੰ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖੀਏ ਤਾਂ ਉਹ ਕੰਡਕਟਰ ਕਿਸ ਤਰੀਕੇ ਨਾਲ ਬਿਹੇਵ ਕਰੇਗਾ। ਨਾਓ ਬਿਹੇਵੀਅਰ ਆਫ ਦ ਕੰਡਕਟਰ ਇਨ ਦ ਇਲੈਕਟ੍ਰਿਕ ਫੀਲਡ। ਸਪੋਜ਼ ਵੀ ਹੈਵ ਅ ਕੰਡਕਟਰ ABCD ਸਾਡੇ ਕੋਲ ਇੱਕ ਕੰਡਕਟਰ ਹੈ ਅਤੇ ਇਹਨੂੰ ਅਸੀਂ ਇਲੈਕਟ੍ਰਿਕ ਫੀਲਡ E0 ਵਿਚ ਇਜ਼ ਦਾ ਐਕਸਟਰਨਲ ਇਲੈਕਟ੍ਰਿਕ ਫੀਲਡ ਉਹਦੇ ਵਿੱਚ ਰੱਖਿਆ। ਇੱਧਰ ਪੋਜ਼ੀਟਿਵ ਚਾਰਜ ਹੈ, ਇੱਧਰ ਨੈਗੇਟਿਵ ਚਾਰਜ ਹੈ। ਇਲੈਕਟ੍ਰਿਕ ਫੀਲਡ ਇਜ਼ ਫਰੋਮ ਪੋਜ਼ੀਟਿਵ ਟੂ ਨੈਗੇਟਿਵ ਚਾਰਜ। ਨਾ ਜਦੋਂ ਅਸੀਂ ਕੰਡਕਟਰ ਨੂੰ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਾਂਗੇ ਅਤੇ ਓਬਵੀਅਸਲੀ ਕੰਡਕਟਰ ਦੇ ਵਿੱਚ ਵੀ ਫ੍ਰੀ ਇਲੈਕਟ੍ਰੋਨਸ ਨੇ। ਦੋਜ਼ ਫ੍ਰੀ ਇਲੈਕਟ੍ਰੋਨ ਵਿਲ ਸਟਾਰਟ ਮੂਵਿੰਗ ਟੂਵਰਡ ਦਾ ਪੋਜ਼ੀਟਿਵ ਟਰਮੀਨਲ ਆਫ ਦ ਬੈਟਰੀ ਦੇ ਪੋਜ਼ੀਟਿਵ ਟਰਮੀਨਲ ਵੱਲੋਂ ਇਲੈਕਟ੍ਰੋਨਸ ਜਿਹੜੇ ਨੇ ਉਹ ਮੂਵ ਕਰਨਗੇ ਫ੍ਰੀ ਇਲੈਕਟ੍ਰੋਨ ਅਤੇ ਓਬਵੀਅਸਲੀ ਜਿਹੜਾ ਪੋਜ਼ੀਟਿਵ ਚਾਰਜ ਹੈ ਮਤਲਬ ਜਿਹੜਾ ਰੈਜ਼ੀਡਿਊਲ ਐਟਮ ਹੈ ਦੈਟ ਮੂਵ ਟੂਵਰਡ ਦਾ ਨੈਗੇਟਿਵ ਸਾਈਡ, ਕਿਉਂਕਿ ਉਹਦੇ 'ਤੇ ਪੋਜ਼ੀਟਿਵ ਚਾਰਜ ਆ ਜਾਏਗਾ ਅਤੇ ਉਹ ਨੈਗੇਟਿਵ ਸਾਈਡ ਮੂਵ ਕਰੇਗਾ, ਜਿਹਦੇ ਕਰਕੇ ਕੰਡਕਟਰ ਦੇ ਵਿੱਚ ਜਿਸ ਸਾਈਡ ਪਲੱਸ ਚਾਰਜ ਹੈ ਕੰਡਕਟਰ ਦੇ ਵਿੱਚ ਅੰਦਰਲੀ ਸਾਈਡ ਉੱਥੇ ਨੈਗੇਟਿਵ ਚਾਰਜ ਸਾਰਾ ਦਾ ਸਾਰਾ ਇਕੱਠਾ ਹੋ ਜਾਏਗਾ ਅਤੇ ਜਿਸ ਪਾਸੇ ਮਾਈਨਸ ਚਾਰਜ ਹੈ ਉਹਦੀ ਅੰਦਰਲੀ ਸਾਈਡ ਉਸ ਜਗ੍ਹਾ 'ਤੇ ਪਲੱਸ ਚਾਰਜ ਇਕੱਠਾ ਹੋ ਜਾਏਗਾ ਨਾ। ਇੱਕ ਪਾਸੇ ਹੋ ਗਿਆ ਨੈਗੇਟਿਵ ਚਾਰਜ, ਇੱਕ ਪਾਸੇ ਹੋ ਗਿਆ ਪਲੱਸ ਚਾਰਜ। ਇਸ ਚੀਜ਼ ਅੰਦਰਲੇ ਪਾਸੇ ਇੱਕ ਪਾਸੇ ਪਲੱਸ ਵਾਲੇ ਪਾਸੇ ਮਾਈਨਸ ਚਾਰਜ ਇਕੱਠਾ ਹੋਣ ਕਰਕੇ ਅਤੇ ਮਾਈਨਸ ਵਾਲੇ ਪਾਸੇ ਪਲੱਸ ਚਾਰਜ ਇਕੱਠਾ ਹੋਣ ਕਰਕੇ ਕੰਡਕਟਰ ਦੇ ਅੰਦਰ ਇੱਕ ਫੈਕਟੀਸ਼ੀਅਸ ਫੀਲਡ ਕ੍ਰੀਏਟ ਹੋ ਜਾਏਗੀ ਜਿਹਦੀ ਕੀ ਡਾਇਰੈਕਸ਼ਨ ਐਕਸਟਰਨਲ ਫੀਲਡ ਨਾਲੋਂ opposite direction ਜੋ ਹੈਗੀ from plus to that is in this direction and this is known as the EP which is the factitious field। ਹੁਣ ਇਸ factitious field ਜਿਹੜੀ ਅੰਦਰਲੇ ਪਾਸੇ ਡਿਵੈਲਪ ਹੋਈ ਹੈ EP ਉਹ ਉਨੀ ਦੇਰ ਤੱਕ ਵਧੀ ਜਾਏਗੀ ਜਿੰਨੀ ਦੇਰ ਤੱਕ EP E0 ਦੇ ਬਰਾਬਰ ਨਹੀਂ ਆਉਂਦੀ ਅਤੇ ਜਦੋਂ EP E0 ਦੇ ਬਰਾਬਰ ਆ ਜਾਏਗੀ ਉਸ ਵੇਲੇ ਜਿਹੜੀ ਟੋਟਲ ਕੰਡਕਟਰ ਦੇ ਅੰਦਰ ਜਿਹੜੀ ਇਲੈਕਟ੍ਰਿਕ ਫੀਲਡ ਟੋਟਲ ਇਲੈਕਟ੍ਰਿਕ ਫੀਲਡ E ਕਿਹਦੇ ਬਰਾਬਰ ਹੋ ਜਾਏਗੀ ਵਿਚ ਇਜ਼ ਇਕੁਅਲ ਟੂ E0 ਮਾਈਨਸ EP E0 ਦੇ ਬਰਾਬਰ ਹੋ ਜਾਏਗੀ ਅਤੇ ਕੰਡਕਟਰ ਦੇ ਅੰਦਰ ਇਲੈਕਟ੍ਰਿਕ ਫੀਲਡ ਦੈਟ ਬਿਕਮਜ਼ ਇਕੁਅਲ ਟੂ 0 ਹੋ ਜਾਏਗੀ। ਸੋ ਇਸੇ ਲਈ ਜਿੰਨਾ ਵੀ ਚਾਰਜ ਹੈ ਉਹ ਕੰਡਕਟਰ ਦੇ ਸਰਫੇਸ 'ਤੇ ਹੁੰਦਾ ਹੈ, ਸੈਂਟਰ ਦੇ ਵਿੱਚ ਕੰਡਕਟਰ ਦੇ ਕਦੀ ਵੀ ਚਾਰਜ ਨਹੀਂ ਹੁੰਦਾ। Now same here is, now due to the movement of electron towards the negative terminal, the negative charge appear on the side CD and the positive charge appear on the side AB. These are called residual charges. ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? Residual charges. Now this residual charges produces an unduced field that is EP in opposite direction to E0. So this E0 oppose करेगी the flow of the electron from AB to CD, and due to this to E0 the flow stops when EP किधे बराबर आ जाएगी E0 दे बराबर आ जाएगी। As EP is equals to E0 are equal, so the opposite charges, so the net charge inside the conductor किधे बराबर हो जाएगा 0 दे बराबर हो जाएगा। So it is equals to 0. So the net charge inside the conductor is always equals to 0, and due to their electric field ਇਨਸਾਈਡ ਦਾ ਕੰਡਕਟਰ ਇਜ਼ ਆਲਵੇਜ਼ ਇਕੁਅਲਸ ਟੂ 0 ਅਤੇ ਕੰਡਕਟਰ ਦੇ ਅੰਦਰ ਹਮੇਸ਼ਾ ਇਲੈਕਟ੍ਰਿਕ ਫੀਲਡ 0 ਹੁੰਦੀ ਹੈ। ਜਿੰਨੀ ਵੀ ਫੀਲਡ ਹੁੰਦੀ ਹੈ ਹਮੇਸ਼ਾ ਕੰਡਕਟਰ ਦੇ ਸਰਫੇਸ ਦੇ ਉੱਪਰ ਹੀ ਹੁੰਦੀ ਹੈ। ਨਾਓ ਇਹਦੀ ਸੈਕਿੰਡ ਪ੍ਰੋਪਰਟੀ, ਨਾਓ ਜਿਵੇਂ ਕਿ ਸਾਨੂੰ ਪਤਾ ਹੈ ਕਿ ਕੰਡਕਟਰ ਦੇ ਅੰਦਰ ਇਲੈਕਟ੍ਰਿਕ ਫੀਲਡ 0 ਹੁੰਦੀ ਹੈ ਫਰੋਮ ਦਾ ਫਸਟ ਪ੍ਰੋਪਰਟੀ, ਜਿਹਦੇ ਕਰਕੇ E.ds that is phi, that is a flux.
सो इलैक्ट्रिक फ्लक्स किहदे बराबर हो गई 0 तो क्यू ओवर ई नॉट किहदे बराबर हो गए 0। अगर अंदर इलैक्ट्रिक फील्ड 0 है तो यदा मतलब अंदर चार्ज भी किहदे बराबर होएगा 0 के बराबर। दिस इज़ द सेकेंड प्रॉपर्टी। नाउ थर्ड प्रॉपर्टी, द चार्ज ऑलवेज resides on the surface of the conductor। अगर अंदर इलैक्ट्रिक फील्ड 0 है और इलैक्ट्रिक फील्ड के अंदर 0 होने करके चार्ज भी 0 है तो यदा मतलब जिन्ना चार्ज है वो कित्थे जाएगा, दैट विल रिसाइड्स ऑन द सरफेस ऑफ द कंडक्टर। चौथी चीज़, द इलैक्ट्रिक फील्ड इज़ ऑलवेज परपेंडिकुलर टू द सरफेस ऑफ द कंडक्टर। कंडक्टर जिहड़ा मर्जी हो दे, इलैक्ट्रिक फील्ड हमेशा ਉਹਦੇ सरफेस ਦੇ परपेंडिकुलर ही होएगी, दैट इज़ ऑलवेज परपेंडिकुलर टू द सरफेस ऑफ द कंडक्टर, क्योंकि ई डॉट डी एस 0 के बराबर है। सो ई डॉट डी एस कॉस थीटा किहदे बराबर आ गया 0, ई 0 नहीं है, डी एस भी 0 नहीं है, इट मीन्स कॉस थीटा 0 तो थीटा कितना है 90 डिग्री। ਇਹਦਾ मतलब इलैक्ट्रिक फील्ड ਤੇ एरिया ਦੇ ਵਿੱਚ एंगल कितना है, दैट इज़ 90 डिग्री। दिस एंगल इज़ 90 डिग्री। Now next property, fifth property, the electric potential is constant within and at the surface of the conductor। Now conductor ਦੇ अंदर electric field तो 0 है, E is equals to minus dV over dr ਦੇ ਬਰਾਬਰ है। E that is 0 inside, so minus dV over dr 0 आ गया है। कहना मतलब पोटेंशियल सरफेस के अंदर या कंडक्टर के अंदर पोटेंशियल हमेशा कांस्टेंट रहेगा, इको ही वैल्यू रहेगी पोटेंशियल की कंडक्टर के अंदर। तो छेवीं चीज़, हुण जिवें कि कंडक्टर दे विच किते प्लस चार्ज है तो किते माइनस चार्ज है, इत्थे प्लस चार्ज है इत्थे माइनस चार्ज है, इस जगह ते चार्ज ज़्यादा है इत्थे चार्ज घट है। इट मीनस कंडक्टर के अंदर जिहड़ी सरफेस चार्ज डेंसिटी है वो बराबर नहीं रहिंदी। अलग अलग पॉइंट से सरफेस चार्ज डेंसिटी की वैल्यू, इत्थे सरफेस चार्ज डेंसिटी कुछ है, इत्थे सरफेस चार्ज डेंसिटी कुछ है, इत्थे सरफेस चार्ज डेंसिटी कुछ है, इत्थे सरफेस चार्ज डेंसिटी कुछ है। सो सरफेस चार्ज डेंसिटी ऑफ द चार्ज इज़ डिफरेंट एट डिफरेंट पॉइंट्स इन द conductor। So this is about the 6 properties of the conductor or the behavior of the conductor in the electric field। Now next is the electrostatic shielding। What is electrostatic shielding? Now जिवें कि असीं पिछली properties दे विच इहदा पढ़िया है कि कंडक्टर दे अंदर हमेशा चार्ज जिहड़ा 0 दे हुंदा, क्यू दैट इज़ इक्वल्स टू 0 इनसाइड द कंडक्टर। तो जितना भी चार्ज है कंडक्टर के अंदर वो हमेशा वो सरफेस से ही रीसाइड्स करता है, दैट ऑलवेज रीसाइड्स ऑन द सरफेस ऑफ द कंडक्टर। कंडक्टर के अंदर चार्ज हमेशा किहदे बराबर हुंदा 0। इसे प्रॉपर्टी नूं लैके असीं किसी भी कंडक्टर नूं एक कह लो कि केज की तरह यूज़ कर सकते, एक प्रोटैक्टर की तरह यूज़ कर सकते हैं, जिहड़ा कि साडे डेलीकेट इंस्ट्रूमेंट्स नूं प्रोटैक्ट कर सकता है या शील्ड कर सकता है, बचा के रख सकता है। सो द फिनोमिना ऑफ प्रोटेक्टिंग ए सर्टन रीजन of a space from external electric field is known as the electrostatic shielding। ਉਹਨੂੰ ਅਸੀਂ इलेक्ट्रोस्टैटिक शील्डिंग कहने, किसी चीज़ ਨੂੰ प्रोटैक्ट करने। सपोज वी हैव अ डेलीकेट इंस्ट्रूमेंट, कोई डेलीकेट इंस्ट्रूमेंट है, अगर असी ਉਹਨੂੰ किसी ਵੱਡੇ ਜੇ कंडक्टर ਦੇ सेंटर ਤੇ रख दईए और वो ਜਿਹੜਾ डेलीकेट इंस्ट्रूमेंट कॉन्टीन्यूसली इलैक्ट्रिक फील्ड छोड़ रहा है, इट इज़ लीविंग इलैक्ट्रिक फील्ड, तो इस इंस्ट्रूमेंट ਨੂੰ ਅਸੀਂ बचाना है बाहरली किसी भी फील्ड तो उन्होंने असी कंडक्टर के अंदर रख लिया, जिदे नाल की होएगा जिन्ना भी ये चार्ज छोड़ेगा दैट इज़ ऑलवेज रीसाइड्स ऑन द सरफेस। तो सरफेस नूं अगर असी अर्थ कर दिए तो जिन्ना भी चार्ज ये प्रोड्यूस करेगा या इलैक्ट्रिक फील्ड प्रोड्यूस करेगा उसका सेंटर ते कोई इफैक्ट नहीं होएगा, वो सारा का सारा सरफेस से इकट्ठा होएगा तो सरफेस तो कित्थे चला जाएगा, अर्थ नूं चला जाएगा, जिदे करके साडा इंस्ट्रूमेंट जिहड़ा दैट इज़ प्रोटैक्टिड, एक तरह नाल इस इनू शील्ड कर रहे हैं, इलैक्ट्रोसिटी तो बचा रहे हैं। सो दिस फिनोमिना इज़ नोन एज इलैक्ट्रोस्टैटिक शील्डिंग। नाउ वी नो दैट इलैक्ट्रिक फील्ड इनसाइड अ कंडक्टर इज़ 0 के बराबर होंगी है इलैक्ट्रिक फील्ड। देयरफॉर टू प्रोटैक्ट the delicate instruments from the external electric field we enclose them in a hollow conductor ਜਿਹੜੇ ਅੰਦਰੋਂ ਖਾਲੀ ਹੁੰਦੇ ਨੇ, and such hollow conductors are called as Faraday cages। ਉਹਨਾਂ ਨੂੰ ਕਿਹਾ ਜਾਂਦਾ Faraday cages। now this act as a Faraday cage।
they need not to be earthed. It is safer to be in a car or bus during thunderstorm. ਜਦੋਂ ਲਾਈਟਨਿੰਗ ਹੁੰਦੀ ਹੋ ਰਹੀ ਹੈ ਅਸੀਂ ਘਰ ਦੇ ਅੰਦਰ ਜਾਂ ਕਾਰ ਦੇ ਅੰਦਰ ਜ਼ਿਆਦਾ ਸੇਫ ਹੈ ਐਜ਼ ਕੰਪੇਅਰ ਟੂ ਕਿ ਅਸੀਂ ਬਾਹਰ ਖੜੇ ਹੋਈਏ। ਜੇ ਲਾਈਟਨਿੰਗ ਇਫੈਕਟ ਕਿਸੇ ਚੀਜ਼ ਦੇ ਉੱਪਰ ਪੈਂਦਾ ਵੀ ਹੈ, ਲਾਈਟਨਿੰਗ ਇਫੈਕਟ ਕਿਸੇ ਚੀਜ਼ ਦੇ ਵੀ ਉੱਪਰ ਪੈਂਦਾ, ਜਿਹੜੀ ਅੰਦਰ ਚੀਜ਼ ਹੈ ਉਹ ਹਮੇਸ਼ਾ ਸੇਫ ਰਹੇਗੀ। ਚਾਰਜ ਜਿਹੜਾ ਹਮੇਸ਼ਾ ਉਹ ਬੋਡੀ ਦੇ ਸਰਫੇਸ 'ਤੇ ਹੀ ਇਕੱਠਾ ਹੋਏਗਾ, ਅੰਦਰ ਉਹਨੂੰ ਕੋਈ ਵੀ ਹਾਰਮ ਨਹੀਂ ਪਹੁੰਚੇਗਾ। So you can see that now where AB is not earth, the field from the sea go beyond AB. AB ਤੋਂ ਪਰਾਂ ਚਲੇਗੀ, AB ਨੂੰ ਅਸੀਂ ਅਰਥ ਨਹੀਂ ਕੀਤਾ, ਇਹ C ਹੈ, ਕੋਈ ਵੀ ਕੰਡਕਟਰ ਹੈ, ਉਹ ਤੋਂ ਇਲੈਕਟ੍ਰਿਕ ਫੀਲਡ ਆ ਰਹੀ ਹੈ। ਦਿਸ ਪੋਜ਼ੀਟਿਵ ਚਾਰਜ ਹੈ, ਇੱਧਰ ਨੈਗੇਟਿਵ ਚਾਰਜ ਆ ਗਿਆ, ਇੱਧਰ ਪਲੱਸ ਚਾਰਜ ਆ ਗਿਆ, ਇਹਨੂੰ ਅਸੀਂ ਅਰਥ ਨਹੀਂ ਕੀਤਾ, ਚਾਰਜ ਬਾਹਰ ਤੱਕ ਆ ਰਿਹਾ। ਹੁਣ ਅਗਰ ਅਸੀਂ ਇਹਨੂੰ ਅਰਥ ਕਰ ਦਿੰਦੇ ਹਾਂ ਤਾਂ ਇੱਧਰ ਨੈਗੇਟਿਵ ਚਾਰਜ ਆ ਜਾਂਦਾ ਹੈ, plus charge सारा flow कर देंगे। When AB is earth, the field from the sea do not go beyond AB. वो AB तो बाहर नहीं है। So a high voltage generator is usually enclosed in such cases। ਤੇ ਜਿਹੜੇ ਵੱਡੇ ਵੱਡੇ ਜਨਰੇਟਰਸ ਹੁੰਦੇ ਉਹਨਾਂ ਨੂੰ ਇਹੋ ਜਿਹੇ ਕੇਜਸ ਦੇ ਵਿੱਚ, ਇਸ ਤਰੀਕੇ ਨਾਲ ਕੇਜਸ ਦੇ ਵਿੱਚ ਅਸੀਂ ਇਨਕਲੋਜ਼ ਕਰਕੇ ਰੱਖਦੇ ਹਾਂ। Now next comes the electric capacitors. What is known as the electric capacitance? Now it is the measure of the ability of the conductor to store charge in it. ਇੱਕ ਕੰਡਕਟਰ ਦੀ ਐਬਿਲਿਟੀ ਕਿ ਉਹ ਆਪਣੇ ਅੰਦਰ ਚਾਰਜ ਨੂੰ ਸਟੋਰ ਕਰ ਸਕੇ, ਉਹਨੂੰ ਅਸੀਂ ਕਪੈਸਿਟੈਂਸ ਕਹਿ ਦਿੰਦੇ ਹਾਂ, ਦੈਟ ਇਜ਼ ਨੋਨ ਐਜ਼ ਕਪੈਸਿਟਰ। ਹੁਣ ਇੱਕ ਕੰਡਕਟਰ ਹੈ, ਵੀ ਹੈਵ ਅ ਕੰਡਕਟਰ, ਜੇ ਅਸੀਂ ਕੰਡਕਟਰ ਦੇ ਬਾਹਰ ਪੋਟੈਂਸ਼ੀਅਲ ਵਧਾਈ ਜਾਵਾਂਗੇ, ਈ ਪੋਟੈਂਸ਼ੀਅਲ ਵਧਾਈ ਗਏ ਮਤਲਬ ਇਹ ਫੀਲਡ ਅਸੀਂ ਇਨਕਰੀਜ਼ ਕਰੀਏ, प्लस चार्ज इधरों माइनस चार्ज इतों पोटेंशियल इनक्रीज़ करीए, पोटेंशियल इनक्रीज़ करी जावांगे तो ओबीअसली कंडक्टर के बाहर जो चार्ज होएगा वो भी वधी जाएगा। ना क्यू दैट इज़ डायरेक्टली प्रोपोर्शनल टू पी, क्यू दैट इज़ इक्वल्स टू सी वी, क्यू वी वधावांगे तो क्यू वी वधेगा। ना वी नूं असीं किन्ना वधा सकते हैं जिहड़ा कि क्यू वधे, दैट इज़ डिपेंड्स अपॉन द कैपेसिटी ऑफ द कंडक्टर। कंडक्टर की किन्नी को कैपेसिटी है चार्ज नूं होल्ड करन दी, जिन्ना वो चार्ज नूं होल्ड कर सकेगा उन्ना असीं पोटेंशियल वधावांगे। जे असीं ज़्यादा पोटेंशियल वधा दांगे तो ज़्यादा चार्ज प्रोड्यूस होएगा, जिन्ना दी कैपेसिटी उन्ना होल्ड कर लेगा, बाकी चार्ज जिहड़ा है वो बाहर नूं फ्लो कर देगा। सो C इज़ कॉन्सटेंट नोन एज द कैपेसिटी ऑफ द कंडक्टर कि किन्ना को चार्ज वो होल्ड कर सकता। हुण ग्लास है साढ़े को पानी वाला भरिया होया, जिन्नी असी पानी भरते पे वी आर गिविंग मतलब असी पोटेंशियल वधाई जा रहे हैं। हुण जिन्ना वो पानी होल्ड कर सकता उन्ना तो वो अपने अंदर रखेगा, तो जे असी ज़्यादा पानी पाई जावांगे पोटेंशियल वधाई जावांगे तो बाकी का पानी जिहड़ा है बाहर नूं ही फ्लो करेगा। सो वट इज़ सी, ਉਹਦੀ कैपेसिटी या ਉਹਦੇ वॉल्यूम ਤੇ डिपेंड करता है कि किन्ना को चार्ज अपने अंदर स्टोर कर सकता है। सो कैपेसिटी, सो जदों V1 ਦੇ बराबर होवे क्यों किहदे बराबर है, C ਦੇ बराबर। हैंस द कैपेसिटी ऑफ अ कंडक्टर इज़ the amount of the charge given to raise its potential to 1 वोल्ट। कि असी कैपेसिटर नूं किन्ना कु चार्ज दिता है कि वो कैपेसिटी जिहड़ी है 1 यूनिट वध जाए, उसका पोटेंशियल रेजेस 1 यूनिट। V इज इक्वल्स टू 1 यूनिट, Q इज इक्वल्स टू 1 कूलम, तो कैपेसिटी होंदी है 1 कूलम ओवर 1 वोल्ट, दैट इज इक्वल्स टू 1 फैराडे। So 1 coulomb per volt that is known as the 1 Faraday, and C that is equals to किधर बराबर है, C is equals to Q over V दे बराबर है। So this is the capacity of a conductor. The capacity is said to be 1 Faraday when 1 coulomb of charge is given to the conductor to raise its potential to 1 volt। ਜਦੋਂ ਅਸੀਂ 1 ਕੂਲਮ ਚਾਰਜ ਦਿੰਦੇ ਹਾਂ ਕੰਡਕਟਰ ਨੂੰ ਤਾਂ ਉਹਦਾ ਪੋਟੈਂਸ਼ੀਅਲ 1 ਯੂਨਿਟ ਵੱਧ ਜਾਂਦਾ। ਦੈਟ ਟਾਈਮ ਵੀ ਸੇ ਦ ਕੈਪੈਸਿਟੀ ਇਜ਼ 1 ਫੈਰਾਡੇ। ਨਾਓ 1 ਫੈਰਾਡੇ ਇੱਕ ਬਹੁਤ ਵੱਡਾ ਯੂਨਿਟ ਹੈ, इट्स अ वेरी ग्रेटर यूनिट। सो प्रैक्टिकली असी 1 माइक्रो फैराडे यूनिट यूज़ करते हैं। 1 फैराडे इज़ ए वेरी लार्ज यूनिट ऑफ कैपेसिटी। सो हैंस द कैपेसिटी ऑफ द अर्थ, जिमें अर्थ की कैपेसिटी कितने बराबर है
अर्थ का वॉल्यूम क्यू ओवर पोटेंशियल क्यू ओवर 4 पाई एप्सिलॉन नॉट आर के बराबर होएगा अर्थ के सरफेस से दिस इज़ द अर्थ का रेडियस है आर तो ये सरफेस से पोटेंशियल कितना आएगा क्यू ओवर 4 पाई एप्सिलॉन अगर इतने चार्ज क्यू है सो सी के बराबर है क्यू ओवर वी तो सी कितना आ गया क्यू की कट गया 4 पाई एप्सिलॉन नॉट आर सो अर्थ की कैपेसिटी है 711 माइक्रो फैराडे तो असीं आपे सोच सकते हैं कि 1 फैराडे कितना वड्डा यूनिट होएगा अगर अर्थ की कैपेसिटी 711 यूनिट है इस करके कैपेसिटी को असीं फैराडे दे विच नहीं मेजर करते बल्कि असीं कैपेसिटी का जिहड़ा प्रैक्टिकल यूनिट है वो माइक्रो फैराडे यूज़ करनी है विच इज़ द स्मॉलर यूनिट फैराडे इज़ अ वेरी लार्ज यूनिट. So 1 microfarad that is 10 raised to power minus 6 Faraday and 1 picofarad that is 10 raised to power minus 12 Faraday. तो ज़्यादा साढ़े को जो यूज़ होता है that is 10 raised to power minus 12 Faraday. Now what is the principle of the capacitor? कैपेसिटर का प्रिंसीपल की है जिवें असीं पिछे गॉसिस थ्योरम दे विच कीता है कि अगर असीं दो प्लेट्स ले लीए एक प्लेट प्लस दी तो दूसरी प्लेट माइनस दी तो ਉਹਦੇ अंदर इलैक्ट्रिक फील्ड स्टोर हो जाती है विच इज़ इक्वल्स टू क्यू ओवर सिग्मा ओवर एप्सिलॉन नॉट के बराबर होंदी है अंदर जिहड़ी इलैक्ट्रिक फील्ड स्टोर होंदी है ना यह प्लेट नूं असीं पोटेंशियल दे रहे हैं वी आर गिविंग पोटेंशियल चार्ज टू दिस प्लेट ए प्लेट नूं चार्ज पॉजिटिव देवांगे तो बी प्लेट ते भी चार्ज वधी जाएगा तो उसकी कैपेसिटी ऑबवियसली वधदी जाएगी ए नूं चार्ज दे जा रहे हैं तो बी ते भी चार्ज वधी जा रहा ड्यू टू इंडक्शन जिहदे करके इस अरेंजमेंट की कैपेसिटी जिहड़ी है वधी जा रही है हुण जिन्नी जे असीं एक्सैस चार्ज देवांगे वो बाहर फ्लो करना शुरू कर देगा सो वी कांट गिव एक्सैस चार्ज टू दिस अरेंजमेंट बट वी वांट टू गिव मोर चार्ज असीं चाहते कि इहनूं असीं ज़्यादा तो ज़्यादा चार्ज दईए तो ज़्यादा चार्ज देने लिए असीं की करने असीं इहदी एक साइड अर्थ कर देने प्लस चार्ज सारा इधर नूं फैल गया जिसदे करके इहदी कैपेसिटी होर इनक्रीज़ कर देगी ना पहली चीज़ अगर साडे कोल कल्ला कंडक्टर है फस्ट थिंग कल्ला कंडक्टर अगर लईए असीं ए कंडक्टर इहनूं असीं चार्ज दिता क्यू चार्ज देण नाल इहदा पोटेंशियल वध गया वी असीं उन्होंने होर चार्ज दिता इहदा पोटेंशियल होर वध गया असीं इहनूं होर चार्ज दिता इहदा पोटेंशियल होर वध गया होर चार्ज दोगे जिन्नी इहदी कैपेसिटी उन्ना चार्ज होल्ड करेगा बाकी का सारा बाहर फ्लो कर देगा वी वांट टू इनक्रीज इट्स पोटेंशियल असीं इहदी सॉरी कैपेसिटी असीं इहदी कैपेसिटी बढ़ाना चाहते हैं ताकि ज़्यादा तो ज़्यादा चार्ज होल्ड कर सके ना यदि कैपेसिटी बढ़ाने वास्ते असीं करने ये आगे असीं एक होर प्लेट बी रख देंगे वो प्लेट ए कंडक्टर के लागे रखन नाल ਇਹਦੇ ਤੇ प्लस चार्ज है ड्यू टू इंडक्शन ਇਹਦੇ ਤੇ एक पासे माइनस चार्ज आ गया एक पासे प्लस चार्ज आ गया हुण बी प्लेट ने ए प्लेट दे नाल चार्ज शेयर कर लिया जिहदे करके ए दी कैपेसिटी होर वध गई चार्ज लैन दी सो ए नूं असीं होर चार्ज दिता जिहदे कारण ਉਹਦਾ पोटेंशियल होर वध गया तो ਉਹਦੀ कैपेसिटी होर वध गई जे हुण थोड़ा जिहा चार्ज भी होर दे दांगे वो भी फ्लो कर जाएगा क्योंकि जिन्नी कैपेसिटी वधी सी वो सारी कंपनसेट हो गई बट वी वांट टू इनक्रीज मोर इट्स कैपेसिटी असीं इहनूं होर चार्ज देना चाहते हैं तो यदि कैपेसिटी होर वधाना चाहते हैं यदि कैपेसिटी होर वधाउण वास्ते असीं बी दी एक साइड नूं अर्थ कर दिंदे हां जिहदे नाल चार्ज जिहड़ा है अर्थ नूं फ्लो हो जांदा है ते इहदी कैपेसिटी होर वध जांदी चार्ज नूं होल्ड करन दी सो वी गिव सम मोर चार्ज टू दिस अरेंजमेंट तो इस अरेंजमेंट में असीं होर चार्ज दे सकते हैं इहदा पोटेंशियल वधाउण वास्ते तो इट मीनस इहदी कैपेसिटी होर बढ़ गई सो वी हैड इंक्रीज द कैपेसिटी ऑफ ए कंडक्टर बाय ब्रिंगिंग द अनदर earthed plate conductor near it so the capacity of a insulated conductor can be considerably increased ज़्यादा बढ़ सकती है by bringing near it an uncharged earthed conductor जे असीं उहदे लागे अनचार्ज अर्थ कंडक्टर रख दिए तो कंडक्टर या किसी दूसरे इंसुलेटेड कंडक्टर की कैपेसिटी इनक्रीज कर सकती है एंड दिस अरेंजमेंट बिकम अ पैरेलल प्लेट कैपेसिटर तो ये अरेंजमेंट की किया जाता है पैरेलल प्लेट कैपेसिटर तो कल करांगे असीं या नैक्सट लैक्चर च असीं करांगे व्हाट इज़ पैरेलल प्लेट कैपेसिटर की होंगे ने जिन्ना तुहानूं कैपेसिटर का पढ़ाया
ਇਹਨੂੰ ਅੱਛੇ ਤਰੀਕੇ ਨਾਲ ਰਿਵਾਈਜ਼ ਕਰਿਓ, ਅੱਛੇ ਤਰੀਕੇ ਨਾਲ ਪੜ੍ਹਿਓ ਤਾਂ ਕਿ ਤੁਹਾਨੂੰ ਜਿਹੜਾ ਅਗਲਾ ਟੌਪਿਕ ਹੈ ਪੈਰਲਲ ਪਲੇਟ ਕਪੈਸਿਟਰ ਦਾ ਉਹ ਸਮਝ ਆ ਸਕੇ। ਐਂਡ ਕਪੈਸਿਟਰਸ ਆਰ ਵੈਰੀ ਮਚ ਇੰਪੋਰਟੈਂਟ ਔਰ ਇਹਨਾਂ ਨੂੰ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਨਾ। ਥੈਂਕਸ।